Good morning, dear students. Today we will study the third chapter of a supplementary reading section of your book, Polly. In this lesson, first we will see the introduction and summary part, and then in the second part, we will discuss the short answer type questions, and in the last part, we will discuss the long answer type questions. I'll explain all these parts in Punjabi also so that you can better understand the lesson. Now, let us start the chapter Polly. It is beautifully written by K. A. Abbas. First, we will see the introduction and summary of the lesson. Polly is a thought provoking and educative story. Polly एक प्रेरक ਅਤੇ ਸਿੱਖਿਆ ਦੇਣ ਵਾਲੀ ਕਹਾਣੀ ਹੈ. It presents that education enlightens and emboldens the humanity. ਇਹ ਦਰਸਾਉਂਦੀ ਹੈ ਕਿ ਸਿੱਖਿਆ ਮਨੁੱਖਤਾ ਨੂੰ ਰੋਸ਼ਨੀ ਦਿੰਦੀ ਹੈ ਅਤੇ ਉਹਨਾਂ ਨੂੰ ਉਤਸ਼ਾਹਿਤ ਕਰਦੀ ਹੈ. It makes people courageous and self-confident. ਇਹ ਲੋਕਾਂ ਨੂੰ ਬਹਾਦਰ ਅਤੇ ਆਤਮ ਵਿਸ਼ਵਾਸੀ ਬਣਾਉਂਦੀ ਹੈ. Without it, people grow up in the dark. ਬਿਨਾਂ ਸਿੱਖਿਆ ਦੇ ਲੋਕ ਹਨੇਰੇ ਵਿੱਚ ਭਟਕਦੇ ਹਨ. Knowledge is indeed a great power. ਗਿਆਨ ਸੱਚਮੁੱਚ ਇੱਕ ਮਹਾਨ ਸ਼ਕਤੀ ਹੈ. The story revolves around Sulekha, whose nickname was Polly. ਇਹ ਕਹਾਣੀ ਸੁਲੇਖਾ ਦੇ ਆਲੇ ਦੁਆਲੇ ਘੁੰਮਦੀ ਹੈ ਜਿਸ ਦਾ ਛੋਟਾ ਨਾਮ ਪੋਲੀ ਸੀ. ਬਿਕੋਜ਼ ਸ਼ੀ ਵਾਜ਼ ਅ ਸਿੰਪਲਟਨ, ਕਿਉਂਕਿ ਉਹ ਇੱਕ ਮੰਦਬੁੱਧੀ ਲੜਕੀ ਸੀ. ਸ਼ੀ ਵਾਜ਼ ਦਾ ਡਾਟਰ ਆਫ ਰਾਮ ਲਾਲ, ਅ ਪ੍ਰੋਸਪਰਸ ਫਾਰਮਰ ਐਂਡ ਨੰਬਰਦਾਰ ਆਫ ਦਾ ਵਿਲੇਜ. ਉਹ ਪਿੰਡ ਦੇ ਇੱਕ ਖੁਸ਼ਹਾਲ ਕਿਸਾਨ ਅਤੇ ਨੰਬਰਦਾਰ ਰਾਮ ਲਾਲ ਦੀ ਲੜਕੀ ਸੀ. ਹੀ ਹੈਡ 7 ਚਿਲਡਰਨ. ਰਾਮ ਲਾਲ ਦੇ 7 ਬੱਚੇ ਸਨ. ਪੋਲੀ ਵਾਜ਼ ਦਾ 4th ਡਾਟਰ. ਪੋਲੀ ਚੌਥੀ ਲੜਕੀ ਸੀ. ਵੈਨ ਸ਼ੀ ਵਾਜ਼ 10 months old, ਸ਼ੀ ਫੈਲ ਆਫ ਹਰ ਕੋਟ. ਜਦੋਂ ਉਹ 10 ਮਹੀਨਿਆਂ ਦੀ ਸੀ ਉਹ ਆਪਣੇ ਮੰਜੇ ਤੋਂ ਡਿੱਗ ਪਈ. ਐਂਡ ਹਰ ਬ੍ਰੇਨ ਹਾਰਮਡ, ਅਤੇ ਉਸ ਦੇ ਦਿਮਾਗ 'ਤੇ ਸੱਟ ਵੱਜੀ. When she was 2 years old, she suffered from smallpox. ਜਦੋਂ ਉਹ 2 ਸਾਲ ਦੀ ਸੀ ਤਾਂ ਉਸ ਨੂੰ ਚੇਚਕ ਦੀ ਬਿਮਾਰੀ ਹੋ ਗਈ. She could not speak till she was 5. 5 ਸਾਲ ਦੀ ਉਮਰ ਤੱਕ ਉਹ ਬੋਲ ਨਹੀਂ ਸਕੀ. When she learned to speak, she stammered and other children used to make fun of her. ਜਦੋਂ ਉਸਨੇ ਬੋਲਣਾ ਸਿੱਖਿਆ ਉਹ ਹਕਲਾਉਂਦੀ ਸੀ ਅਤੇ ਦੂਸਰੇ ਬੱਚੇ ਉਸ ਦਾ ਮਜ਼ਾਕ ਉਡਾਉਂਦੇ ਸੀ. ਰਾਮ ਲਾਲਸ ਅਦਰ ਚਿਲਡਰਨ ਵਰ ਗੁੱਡ ਲੁਕਿੰਗ ਐਂਡ ਹੈਲਦੀ. ਰਾਮ ਲਾਲ ਦੇ ਦੂਜੇ ਬੱਚੇ ਸੁੰਦਰ ਅਤੇ ਸਵਸਥ ਸਨ. ਬਟ ਪੋਲੀ ਹੈਡ ਨਾਈਦਰ ਗੁੱਡ ਲੁਕਸ ਨੋਰ ਇੰਟੈਲੀਜੈਂਸ. ਲੇਕਿਨ ਪੋਲੀ ਨਾ ਸੁੰਦਰ ਸੀ ਅਤੇ ਨਾ ਹੀ ਬੁੱਧੀਮਾਨ ਸੀ. ਪੋਲੀ ਵਾਜ਼ 7 years old when a primary school was opened in the village. ਜਦੋਂ ਪੋਲੀ 7 ਸਾਲ ਦੀ ਸੀ ਤਾਂ ਪਿੰਡ ਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਖੁੱਲ੍ਹਿਆ. ਦਾ ਤਹਿਸੀਲਦਾਰ ਸਾਹਿਬ ਪਰਫੋਰਮਡ ਇਟਸ ਓਪਨਿੰਗ ਸੈਰੇਮਨੀ. ਤਹਿਸੀਲਦਾਰ ਸਾਹਿਬ ਨੇ ਇਸ ਦਾ ਉਦਘਾਟਨ ਕੀਤਾ. ਹੀ ਟੋਲਡ ਰਾਮ ਲਾਲ ਟੂ ਸੈਂਡ ਹਿਸ ਡਾਟਰਸ ਟੂ ਸਕੂਲ. ਉਸਨੇ ਰਾਮ ਲਾਲ ਨੂੰ ਆਪਣੀਆਂ ਲੜਕੀਆਂ ਨੂੰ ਸਕੂਲ ਭੇਜਣ ਦੇ ਲਈ ਕਿਹਾ. ਰਾਮ ਲਾਲ ਐਂਡ ਹਿਸ ਵਾਈਫ ਸੈਂਟ ਪੋਲੀ ਟੂ ਸਕੂਲ ਐਜ਼ ਸ਼ੀ ਹੈਡ ਨੋ ਚਾਂਸ ਟੂ ਗੈਟ ਮੈਰਿਡ. ਰਾਮ ਲਾਲ ਅਤੇ ਉਸ ਦੀ ਵਾਈਫ ਨੇ ਪੋਲੀ ਨੂੰ ਸਕੂਲ ਭੇਜ ਦਿੱਤਾ ਕਿਉਂਕਿ ਉਸ ਦੇ ਵਿਆਹ ਦਾ ਕੋਈ ਚਾਂਸ ਨਹੀਂ ਸੀ. ਦਾ ਸਕੂਲ ਵਾਜ਼ ਏ ਸਟਰੇਂਜ ਪਲੇਸ ਫॉर ਪੋਲੀ. ਸਕੂਲ ਇੱਕ ਪੋਲੀ ਦੇ ਲਈ ਅਜੀਬ ਜਿਹੀ ਜਗ੍ਹਾ ਸੀ. ਬਟ ਹਰ ਟੀਚਰ ਵਾਜ਼ ਏ ਸੋਰਸ ਆਫ ਐਨਕਰੇਜਮੈਂਟ ਐਂਡ ਇੰਸਪੀਰੇਸ਼ਨ ਫॉर ਪੋਲੀ. ਲੇਕਿਨ ਉਸ ਦੀ ਅਧਿਆਪਕ ਉਸ ਪੋਲੀ ਦੇ ਲਈ ਇੱਕ ਉਤਸ਼ਾਹ ਅਤੇ ਪ੍ਰੇਰਨਾ ਦਾ ਸਰੋਤ ਸੀ. ਵਿਦ ਦਾ ਹੈਲਪ ਆਫ ਹਰ ਟੀਚਰ ਸ਼ੀ ਕੁਡ ਸਪੀਕ ਹਰ ਫੁੱਲ ਨੇਮ ਪੋਲੀ. ਆਪਣੇ ਟੀਚਰ ਦੀ ਸਹਾਇਤਾ ਦੇ ਨਾਲ ਪੋਲੀ ਆਪਣਾ ਪੂਰਾ ਨਾਮ ਪੋਲੀ ਬੋਲ ਸਕੀ.
ਪੋਲੀ ਫੈਲਟ ਹੈਪੀ, ਪੋਲੀ ਨੂੰ ਬਹੁਤ ਖੁਸ਼ੀ ਹੋਈ। ਸ਼ੀ ਥੋਟ ਦੈਟ ਸ਼ੀ ਵਾਜ਼ ਹੈਵਿੰਗ ਏ ਨਿਊ ਲਾਈਫ, ਉਸਨੇ ਸੋਚਿਆ ਜਿਵੇਂ ਉਸਨੂੰ ਇੱਕ ਨਵਾਂ ਜੀਵਨ ਮਿਲ ਗਿਆ ਹੋਵੇ। ਦਸ ਦ ਈਅਰਸ ਪਾਸਡ, ਇਸ ਤਰ੍ਹਾਂ ਸਾਲ ਬੀਤੇ। ਰਾਮ ਲਾਲ ਐਂਡ ਹਿਜ਼ ਵਾਈਫ ਸੈਟਲਡ ਦ ਮੈਰਿਜ ਆਫ ਪੋਲੀ ਵਿਦ ਬਿਸ਼ੰਬਰ ਨਾਥ ਹੂ ਵਾਜ਼ ਐਨ ਓਲਡ ਮੈਨ। ਰਾਮ ਲਾਲ ਅਤੇ ਉਸਦੀ ਪਤਨੀ ਨੇ ਪੋਲੀ ਦਾ ਵਿਆਹ ਬਿਸ਼ੰਬਰ ਨਾਥ ਨਾਲ ਸੈੱਟ ਕਰ ਦਿੱਤਾ, ਜੋ ਕਿ ਇੱਕ ਬਜ਼ੁਰਗ ਆਦਮੀ ਸੀ। ਦ ਡੇ ਆਫ ਦ ਵੈਡਿੰਗ ਸੈਰੇਮਨੀ ਵਾਜ਼ ਫਿਕਸਡ, ਵਿਆਹ ਦਾ ਦਿਨ ਨਿਸ਼ਚਿਤ ਹੋ ਗਿਆ। ਦੇਰ ਵਾਜ਼ ਏ ਲੋਟ ਆਫ ਪੰਪ ਐਂਡ ਸ਼ੋ, ਖੁਸ਼ੀ ਦਾ ਮਾਹੌਲ ਸੀ। ਵੈਨ ਦ ਗਾਰਲੈਂਡਿੰਗ ਸੈਰੇਮਨੀ ਵਾਜ਼ ਟੂ ਟੇਕ ਪਲੇਸ, ਜਦੋਂ ਹਾਰ ਪਾਉਣ ਦੀ ਰਸਮ ਹੋਣੀ ਸੀ। ਹੀ ਹੈਪਨ ਟੂ ਸੀ ਦ ਫੇਸ ਆਫ ਹਿਜ਼ ਬਰਾਈਡ, ਬਿਸ਼ੰਬਰ ਨਾਥ ਨੂੰ ਆਪਣੀ ਦੁਲਹਨ ਦਾ ਚਿਹਰਾ ਦੇਖਣ ਨੂੰ ਮਿਲਿਆ। ਬਿਸ਼ੰਬਰ ਨਾਥ ਸੈਡ ਹੀ ਵੁੱਡ ਮੈਰੀ ਹਰ ਇਫ ਰਾਮ ਲਾਲ ਗੇਵ ਹਿਮ 5000 ਰੁਪੀਸ। ਬਿਸ਼ੰਬਰ ਨਾਥ ਨੇ ਕਿਹਾ ਕਿ ਉਹ ਉਸ ਨਾਲ ਤਦ ਹੀ ਵਿਆਹ ਕਰਾਵੇਗਾ ਜੇਕਰ ਰਾਮ ਲਾਲ ਉਸ ਨੂੰ 5000 ਰੁਪਏ ਦੇਵੇ। ਰਾਮ ਲਾਲ ਰਿਕੁਐਸਟਡ ਹਿਮ ਨਾਟ ਟੂ ਹਿਊਮਿਲੇਟ ਹਿਮ, ਰਾਮ ਲਾਲ ਨੇ ਉਸ ਨੂੰ ਬੇਇੱਜ਼ਤ ਨਾ ਕਰਨ ਦੀ ਪ੍ਰਾਰਥਨਾ ਕੀਤੀ। ਹੀ ਆਫਰਡ ਹਿਮ 2000 ਰੁਪੀਸ, ਰਾਮ ਲਾਲ ਨੇ ਉਸ ਨੂੰ 2000 ਰੁਪਏ ਦੀ ਪੇਸ਼ਕਸ਼ ਕੀਤੀ। ਬਿਸ਼ੰਬਰ ਟੋਲਡ ਹਿਮ ਟੂ ਗਿਵ ਹਿਮ 5000 ਰੁਪੀਸ, ਲੇਕਿਨ ਬਿਸ਼ੰਬਰ ਨਾਥ ਨੇ ਉਸ ਨੂੰ 5000 ਰੁਪਏ ਦੇਣ ਦੇ ਲਈ ਕਿਹਾ। ਬਟ ਨਾਓ ਪੋਲੀ ਰਿਫਿਊਜ਼ ਟੂ ਮੈਰੀ ਦ ਮੀਨ ਐਂਡ ਗ੍ਰੀਡੀ ਬਿਸ਼ੰਬਰ ਨਾਥ, ਲੇਕਿਨ ਹੁਣ ਪੋਲੀ ਨੇ ਉਸ ਘਟੀਆ ਅਤੇ ਲਾਲਚੀ ਬਿਸ਼ੰਬਰ ਨਾਥ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਪੋਲੀ ਬਿਕੇਮ ਫਿਊਰੀਅਸ ਐਂਡ ਡਿਕਲੇਅਰਡ ਦੈਟ ਸ਼ੀ ਵਾਜ਼ ਨਾਟ ਏ ਡੰਬ ਕਾਊਡ ਨਾਓ, ਪੋਲੀ ਗੁੱਸਾ ਹੋ ਗਈ ਅਤੇ ਉਸਨੇ ਘੋਸ਼ਣਾ ਕੀਤੀ ਕਿ ਹੁਣ ਉਹ ਇੱਕ ਗੂੰਗੀ ਗਾਂ ਨਹੀਂ ਸੀ। ਸ਼ੀ ਵਾਜ਼ ਨੋ ਮੋਰ ਏ ਸਟੈਮਰਿੰਗ ਫੂਲ, ਉਹ ਹੁਣ ਇੱਕ ਹਕਲਾਉਣ ਵਾਲੀ ਮੂਰਖ ਨਹੀਂ ਸੀ। ਰਾਮ ਲਾਲ ਫੈਲਟ ਅਸ਼ੇਮਡ ਐਂਡ ਡਿਸਗ੍ਰੇਸਡ, ਰਾਮ ਲਾਲ ਬੜਾ ਸ਼ਰਮਿੰਦਾ ਅਤੇ ਅਪਮਾਨਿਤ ਹੋਇਆ। ਦ ਮੈਰਿਜ ਪਾਰਟੀ ਵੈਂਟ ਬੈਕ ਐਮਪਟੀ ਹੈਂਡਡ, ਬਰਾਤ ਖਾਲੀ ਹੱਥ ਵਾਪਸ ਚਲੀ ਗਈ। ਪੋਲੀ ਡਿਸਾਈਡਡ ਨਾਟ ਟੂ ਮੈਰੀ ਇਨ ਹਰ ਲਾਈਫ, ਪੋਲੀ ਨੇ ਫੈਸਲਾ ਕੀਤਾ ਕਿ ਉਹ ਜੀਵਨ ਭਰ ਵਿਆਹ ਨਹੀਂ ਕਰਵਾਵੇਗੀ। ਸ਼ੀ ਵੁੱਡ ਸਰਵ ਹਰ ਪੇਰੈਂਟਸ ਇਨ ਦੇਅਰ ਓਲਡ ਏਜ, ਉਹ ਬਜ਼ੁਰਗ ਅਵਸਥਾ ਦੇ ਵਿੱਚ ਆਪਣੇ ਮਾਤਾ ਪਿਤਾ ਦੀ ਸੇਵਾ ਕਰੇਗੀ। ਸ਼ੀ ਆਲਸੋ ਰਿਜ਼ੋਲਵ ਟੂ ਟੀਚ ਇਨ ਦ ਵਿਲੇਜ ਸਕੂਲ, ਉਸਨੇ ਇਹ ਵੀ ਫੈਸਲਾ ਕੀਤਾ ਕਿ ਉਹ ਪਿੰਡ ਦੇ ਸਕੂਲ ਵਿੱਚ ਪੜ੍ਹਾਵੇਗੀ। ਦ ਟੀਚਰ ਵਾਜ਼ ਸੈਟਿਸਫਾਈਡ ਦੈਟ ਹਰ ਸਟੂਡੈਂਟ ਹੈਡ ਮੇਡ ਏ ਰਾਈਟ ਡਿਸੀਜ਼ਨ, ਟੀਚਰ ਸੰਤੁਸ਼ਟ ਸੀ ਕਿ ਉਸ ਦੀ ਵਿਦਿਆਰਥਣ ਨੇ ਇੱਕ ਸਹੀ ਫੈਸਲਾ ਲਿਆ ਸੀ। ਐਂਡ ਦੈਟ ਸ਼ੀ ਹਰਸੈਲਫ ਹੈਡ ਸਕਸੀਡਡ ਇਨ ਹਰ ਐਫਰਟਸ ਟੂ ਬੂਸਟ ਕਰੇਜ ਐਂਡ ਕਾਨਫੀਡੈਂਸ ਇਨ ਪੋਲੀ, ਅਤੇ ਉਹ ਖੁਦ ਵੀ ਪੋਲੀ ਦੇ ਅੰਦਰ ਉਤਸ਼ਾਹ ਅਤੇ ਵਿਸ਼ਵਾਸ ਪੈਦਾ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਦੇ ਵਿੱਚ ਕਾਮਯਾਬ ਹੋਈ ਸੀ। ਨਾਓ ਪਿਆਰੇ ਵਿਦਿਆਰਥੀਓ, ਹੁਣ ਅਸੀਂ ਡਿਸਕਸ ਕਰਾਂਗੇ ਸ਼ੋਰਟ ਆਨਸਰ ਟਾਈਪ ਕੁਐਸਚਨਸ। ਹਾਊ ਮੈਨੀ ਸਿਬਲਿੰਗਸ ਡਿਡ ਪੋਲੀ ਹੈਵ, ਪੋਲੀ ਦੇ ਕਿੰਨੇ ਭੈਣ ਭਰਾ ਸਨ। ਸ਼ੀ ਹੈਡ 6 ਸਿਬਲਿੰਗਸ, 3 ਬ੍ਰਦਰਸ ਐਂਡ 3 ਸਿਸਟਰਸ, ਉਸ ਦੇ 6 ਭੈਣ ਭਰਾ ਸਨ, 3 ਭਰਾ ਅਤੇ 3 ਭੈਣਾਂ। ਵਾਈ ਵਾਜ਼ ਸੁਲੇਖਾ ਕਾਲਡ ਪੋਲੀ, ਕਿਉਂ ਸੁਲੇਖਾ ਨੂੰ ਪੋਲੀ ਕਿਹਾ ਜਾਂਦਾ ਸੀ। ਅ ਪਾਰਟ ਆਫ ਹਰ ਬ੍ਰੇਨ ਵਾਜ਼ ਡੈਮੇਜਡ, ਉਸ ਦੇ ਦਿਮਾਗ ਦਾ ਇੱਕ ਹਿੱਸਾ ਡੈਮੇਜਡ ਹੋ ਗਿਆ ਸੀ, ਨਸ਼ਟ ਹੋ ਗਿਆ ਸੀ। ਸ਼ੀ ਬਿਕੇਮ ਏ ਬੈਕਵਰਡ ਚਾਈਲਡ, ਉਹ ਇੱਕ ਪਿਛੜੀ ਬੱਚੀ ਬਣ ਗਈ ਸੀ। ਐਂਡ ਵਾਜ਼ ਕਾਲਡ ਪੋਲੀ ਦਾ ਸਿੰਪਲ ਟੋਨ, ਇਸ ਲਈ ਉਸ ਨੂੰ ਪੋਲੀ ਯਾਨੀ ਕਿ ਇੱਕ ਮੰਦਬੁੱਧੀ ਕਿਹਾ ਜਾਂਦਾ ਸੀ। ਵਟ ਵਾਜ਼ ਦਾ ਇਫੈਕਟ ਆਫ ਸਮਾਲ ਪੌਕਸ ਔਨ ਪੋਲੀ, ਪੋਲੀ ਦੇ ਉੱਪਰ ਚੇਚਕ ਦੀ ਬਿਮਾਰੀ ਦਾ ਕੀ ਅਸਰ ਹੋਇਆ ਸੀ। ਹਰ ਐਂਟਾਇਰ ਬੋਡੀ ਵਾਜ਼ ਪਰਮਾਨੈਂਟਲੀ ਡਿਸਫਿਗਰਡ, ਉਸ ਦਾ ਪੂਰਾ ਸਰੀਰ ਸਥਾਈ ਤੌਰ 'ਤੇ ਖਰਾਬ ਹੋ ਗਿਆ ਸੀ। ਵਾਈ ਵਾਜ਼ ਰਾਮ ਲਾਲ ਵਰੀਡ ਅਬਾਊਟ ਪੋਲੀ, ਕਿਉਂ ਰਾਮ ਲਾਲ ਪੋਲੀ ਦੇ ਬਾਰੇ ਵਿੱਚ ਚਿੰਤਤ ਸੀ। ਬਿਕੋਜ਼ ਸ਼ੀ ਵਾਜ਼ ਨਾਟ ਗੁੱਡ ਲੁਕਿੰਗ ਐਂਡ ਇੰਟੈਲੀਜੈਂਟ, ਕਿਉਂਕਿ ਉਹ ਨਾ ਤਾਂ ਸੋਹਣੀ ਸੀ ਅਤੇ ਨਾ ਹੀ ਬੁੱਧੀਮਾਨ ਸੀ। ਵਾਈ ਡਿਡ ਦ ਟੀਚਰ ਕਮ ਟੂ ਦ ਵਿਲੇਜ,
ਵਾਈ ਡਿਡ ਦਾ ਤਹਿਸੀਲਦਾਰ ਕਮ ਟੂ ਦਾ ਵਿਲੇਜ। ਤਹਿਸੀਲਦਾਰ ਪਿੰਡ ਵਿੱਚ ਕਿਉਂ ਆਇਆ ਸੀ? ਟੂ ਪਰਫਾਰਮ ਦਾ ਓਪਨਿੰਗ ਸੈਰਮਨੀ ਆਫ ਏ ਪ੍ਰਾਇਮਰੀ ਸਕੂਲ। ਇੱਕ ਪ੍ਰਾਇਮਰੀ ਸਕੂਲ ਦਾ ਉਦਘਾਟਨ ਕਰਨ ਦੇ ਲਈ ਉਹ ਪਿੰਡ ਵਿੱਚ ਆਇਆ ਸੀ। ਵਾਈ ਡਿਡ ਦਾ ਤਹਿਸੀਲਦਾਰ ਵਾਂਟ ਰਾਮ ਲਾਲ ਟੂ ਸੈਂਡ ਹਿਜ਼ ਡਾਟਰਸ ਟੂ ਦਾ ਸਕੂਲ। ਤਹਿਸੀਲਦਾਰ ਕਿਉਂ ਚਾਹੁੰਦਾ ਸੀ ਕਿ ਰਾਮ ਲਾਲ ਆਪਣੀਆਂ ਲੜਕੀਆਂ ਨੂੰ ਸਕੂਲ ਭੇਜੇ? ਹੀ ਵਾਂਟਡ ਰਾਮ ਲਾਲ ਟੂ ਸੈਟ ਐਨ ਐਗਜ਼ਾਮਪਲ ਫॉर ਅਦਰ ਪੇਰੈਂਟਸ। ਉਹ ਚਾਹੁੰਦਾ ਸੀ ਕਿ ਰਾਮ ਲਾਲ ਦੂਸਰੇ ਮਾਤਾ ਪਿਤਾ ਦੇ ਲਈ ਇੱਕ ਉਦਾਹਰਣ ਸਥਾਪਿਤ ਕਰੇ। ਵਾਈ ਡਿਡ ਰਾਮ ਲਾਲ's ਵਾਈਫ ਐਗਰੀ ਟੂ ਸੈਂਡ ਪੋਲੀ ਬਟ ਨੋਟ ਹਰ ਅਦਰ ਡਾਟਰਸ ਟੂ ਸਕੂਲ। ਕਿਉਂ ਰਾਮ ਲਾਲ ਦੀ ਪਤਨੀ ਪੋਲੀ ਨੂੰ ਨਾ ਕਿ ਦੂਸਰੀਆਂ ਲੜਕੀਆਂ ਨੂੰ ਸਕੂਲ ਭੇਜਣ ਦੇ ਲਈ ਸਹਿਮਤ ਹੋ ਗਈ? ਦੇਰ ਵਾਜ਼ ਲਿਟਲ ਚਾਂਸ ਆਫ ਪੋਲੀਜ਼ ਗੈਟਿੰਗ ਮੈਰਿਡ। ਕਿਉਂਕਿ ਪੋਲੀ ਦੇ ਵਿਆਹ ਦਾ ਕੋਈ ਚਾਂਸ ਨਹੀਂ ਸੀ। ਸੋ ਰਾਮ ਲਾਲ's ਵਾਈਫ ਐਗਰੀ ਟੂ ਸੈਂਡ ਹਰ ਟੂ ਸਕੂਲ। ਇਸ ਲਈ ਰਾਮ ਲਾਲ ਦੀ ਪਤਨੀ ਉਸ ਨੂੰ ਸਕੂਲ ਭੇਜਣ ਦੇ ਲਈ ਸਹਿਮਤ ਹੋ ਗਈ। ਵਾਈ ਵਾਜ਼ ਪੋਲੀ ਗਲੈਡ ਟੂ ਸੀ ਸੋ ਮੈਨੀ ਗਰਲਸ ਆਫ ਹਰ ਓਨ ਏਜ ਐਟ ਸਕੂਲ। ਕਿਉਂ ਪੋਲੀ ਆਪਣੀਆਂ ਹਮ ਉਮਰ ਲੜਕੀਆਂ ਨੂੰ ਸਕੂਲ ਦੇਖ ਕੇ ਖੁਸ਼ ਹੋਈ? ਸ਼ੀ ਹੋਪਡ ਦੈਟ ਵਨ ਆਫ ਥੀਸ ਗਰਲਸ ਵੁੱਡ ਬਿਕਮ ਹਰ ਫਰੈਂਡ। ਉਸ ਨੂੰ ਉਮੀਦ ਸੀ ਕਿ ਇਹਨਾਂ ਵਿੱਚੋਂ ਇੱਕ ਲੜਕੀ ਉਸ ਦੀ ਦੋਸਤ ਬਣ ਜਾਵੇਗੀ। ਵਟ ਹੈਪਨਡ ਵੈਨ ਦਾ ਟੀਚਰ ਆਸਕਡ ਪੋਲੀ ਹਰ ਨੇਮ। ਕੀ ਹੋਇਆ ਜਦੋਂ ਟੀਚਰ ਨੇ ਪੋਲੀ ਨੂੰ ਉਸ ਦਾ ਨਾਮ ਪੁੱਛਿਆ? ਸ਼ੀ ਕੁਡ ਨਾਟ ਅਟਰ ਹਰ ਫੁੱਲ ਨੇਮ। ਉਹ ਆਪਣਾ ਪੂਰਾ ਨਾਮ ਨਹੀਂ ਬੋਲ ਸਕੀ। ਵਾਈ ਡਿਡ ਪੋਲੀਜ਼ ਪੇਰੈਂਟਸ ਐਗਰੀ ਟੂ ਬਿਸ਼ੰਬਰਸ ਪ੍ਰਪੋਜ਼ਲ ਫॉर ਪੋਲੀ। ਕਿਉਂ ਪੋਲੀ ਦੇ ਮਾਤਾ ਪਿਤਾ ਬਿਸ਼ੰਬਰ ਦੀ ਪੋਲੀ ਦੇ ਲਈ ਪੇਸ਼ਕਸ਼ 'ਤੇ ਸਹਿਮਤ ਹੋ ਗਏ? They feared that if they didn't accept it, she may remain unmarried all her life. ਉਹਨਾਂ ਨੂੰ ਡਰ ਸੀ ਕਿ ਜੇਕਰ ਉਹਨਾਂ ਨੇ ਬਿਸ਼ੰਬਰ ਨਾਥ ਦੀ ਇਸ ਪੇਸ਼ਕਸ਼ ਨੂੰ ਸਵੀਕਾਰ ਨਹੀਂ ਕੀਤਾ ਤਾਂ ਉਹ ਸਾਰੀ ਉਮਰ ਕੁਆਰੀ ਰਹਿ ਸਕਦੀ ਸੀ। ਵਾਈ ਡਿਡ ਪੋਲੀ ਰਿਫਿਊਜ਼ ਟੂ ਮੈਰੀ ਬਿਸ਼ੰਬਰ। ਕਿਉਂ ਪੋਲੀ ਨੇ ਬਿਸ਼ੰਬਰ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ? ਬਿਕੋਜ਼ ਹੀ ਵਾਜ਼ ਅ ਮੀਨ ਗ੍ਰਿਟੀ ਐਂਡ ਲੇਮ ਓਲਡ ਮੈਨ। ਕਿਉਂਕਿ ਉਹ ਇੱਕ ਘਟੀਆ, ਲਾਲਚੀ ਅਤੇ ਲੰਗੜਾ ਬਜ਼ੁਰਗ ਆਦਮੀ ਸੀ। ਨਾਓ ਡੀਅਰ ਸਟੂਡੈਂਟਸ, we will discuss long answer type questions. In this category, the first question is describe briefly the early childhood of Polly or write a brief character sketch of Polly. ਪੋਲੀ ਦੇ ਬਚਪਨ ਦਾ ਸੰਖੇਪ ਦੇ ਵਿੱਚ ਵਰਣਨ ਕਰੋ ਜਾਂ ਪੋਲੀ ਦੇ ਚਰਿੱਤਰ ਚਿੱਤਰਨ ਦਾ ਸੰਖੇਪ ਵਿੱਚ ਵਰਣਨ ਕਰੋ। ਪੋਲੀ ਵਾਜ਼ ਰਾਮ ਲਾਲ's youngest daughter. ਪੋਲੀ ਰਾਮ ਲਾਲ ਦੀ ਸਭ ਤੋਂ ਛੋਟੀ ਲੜਕੀ ਸੀ। ਹਰ ਰੀਅਲ ਨੇਮ ਵਾਜ਼ ਸੁਲੇਖਾ। ਉਸ ਦਾ ਅਸਲੀ ਨਾਮ ਸੁਲੇਖਾ ਸੀ। ਵੈਨ ਸ਼ੀ ਵਾਜ਼ 10 months old, she fell down from a cot. ਜਦੋਂ ਉਸ ਦੀ ਉਮਰ 10 ਮਹੀਨਿਆਂ ਦੀ ਸੀ ਉਹ ਮੰਜੇ ਤੋਂ ਹੇਠਾਂ ਡਿੱਗ ਪਈ। A part of her brain was damaged. ਉਸ ਦੇ ਦਿਮਾਗ ਦਾ ਇੱਕ ਹਿੱਸਾ ਨਸ਼ਟ ਹੋ ਗਿਆ ਸੀ। She became a backward child. ਉਹ ਇੱਕ ਪਿਛੜੀ ਬੱਚੀ ਬਣ ਗਈ। At birth she was very pretty and fair. ਜਨਮ ਸਮੇਂ ਉਹ ਸੁੰਦਰ ਅਤੇ ਗੋਰੇ ਰੰਗ ਸੀ ਸੁੰਦਰ ਸੀ ਅਤੇ ਰੰਗ ਗੋਰਾ ਸੀ। At the age of 2 she had an attack of smallpox. 2 ਸਾਲ ਦੀ ਉਮਰ ਵਿੱਚ ਉਸ ਨੂੰ ਚੇਚਕ ਦੀ ਬਿਮਾਰੀ ਹੋ ਗਈ ਸੀ। Her entire body was disfigured. ਉਸ ਦਾ ਪੂਰਾ ਸਰੀਰ ਖਰਾਬ ਹੋ ਗਿਆ ਸੀ। She began to speak at the age of 5 years. ਉਸ ਨੇ 5 ਸਾਲ ਦੀ ਉਮਰ ਵਿੱਚ ਬੋਲਣਾ ਸਿੱਖਿਆ। But she stammered. ਲੇਕਿਨ ਉਹ ਹਕਲਾਉਂਦੀ ਸੀ। The other children made fun of her. ਦੂਸਰੇ ਬੱਚੇ ਉਸ ਦਾ ਮਜ਼ਾਕ ਉਡਾਉਂਦੇ ਸੀ। Her parents fixed her marriage with ਬਿਸ਼ੰਬਰ ਨਾਥ. ਉਸ ਦੇ ਮਾਤਾ ਪਿਤਾ ਨੇ ਬਿਸ਼ੰਬਰ ਨਾਥ ਦੇ ਨਾਲ ਉਸ ਦਾ ਵਿਆਹ ਨਿਸ਼ਚਿਤ ਕਰ ਦਿੱਤਾ। But she refused to marry with ਬਿਸ਼ੰਬਰ a greedy man. ਲੇਕਿਨ ਉਸ ਨੇ ਇੱਕ ਲਾਲਚੀ ਇਨਸਾਨ ਬਿਸ਼ੰਬਰ ਨਾਥ ਦੇ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। Thus she is an unforgettable character. ਇਸ ਤਰ੍ਹਾਂ ਉਹ ਇੱਕ ਨਾ ਭੁਲਾਈ ਜਾਣ ਵਾਲੀ ਚਰਿੱਤਰ ਹੈ।
ਸੈਕੰਡ ਕੁਐਸਚਨ, ਰਾਈਟ ਇਨ ਬਰੀਫ ਅ ਕਰੈਕਟਰ ਸਕੈਚ ਆਫ ਪੋਲੀ's ਟੀਚਰ। ਪੋਲੀ ਦੇ ਟੀਚਰ ਦਾ ਸੰਖੇਪ ਦੇ ਵਿੱਚ ਚਰਿੱਤਰ ਚਿੱਤਰਨ ਕਰੋ। ਪੋਲੀ's ਟੀਚਰ ਪਲੇ ਐਨ ਇੰਪੋਰਟੈਂਟ ਰੋਲ ਇਨ ਹਰ ਲਾਈਫ। ਪੋਲੀ ਦੀ ਅਧਿਆਪਕਾ ਨੇ ਪੋਲੀ ਦੀ ਜ਼ਿੰਦਗੀ ਦੇ ਵਿੱਚ ਇੱਕ ਮਹੱਤਵਪੂਰਨ ਰੋਲ ਪਲੇ ਕੀਤਾ। ਔਨ ਹਰ ਫਸਟ ਡੇ ਟੂ ਸਕੂਲ ਸ਼ੀ ਆਸਕਡ ਪੋਲੀ ਹਰ ਨੇਮ। ਜਦੋਂ ਪੋਲੀ ਪਹਿਲੇ ਦਿਨ ਸਕੂਲ ਗਈ ਤਾਂ ਉਸ ਨੇ ਪੋਲੀ ਕੋਲ ਉਸ ਦਾ ਨਾਮ ਪੁੱਛਿਆ। ਸ਼ੀ ਸਟੈਮਰਡ, ਉਹ ਹਕਲਾਈ। ਸ਼ੀ ਕੁਡ ਨਾਟ ਟੈਲ ਹਰ ਫੁੱਲ ਨੇਮ, ਉਹ ਆਪਣਾ ਪੂਰਾ ਨਾਮ ਨਹੀਂ ਦੱਸ ਸਕੇ। ਸ਼ੀ ਬਿਗੇਨ ਟੂ ਵੀਪ, ਉਸ ਨੇ ਰੋਣਾ ਸ਼ੁਰੂ ਕਰ ਦਿੱਤਾ। ਬਟ ਹਰ ਟੀਚਰ ਇਨਫਿਊਜ਼ਡ ਮੋਰਲ ਕਰੇਜ ਇਨ ਟੂ ਪੋਲੀ, ਲੇਕਿਨ ਉਸ ਦੀ ਅਧਿਆਪਕਾ ਨੇ ਪੋਲੀ ਦੇ ਅੰਦਰ ਨੈਤਿਕ ਹੌਸਲੇ ਨੂੰ ਵਧਾਇਆ। ਸ਼ੀ ਰਿਮੂਵਡ ਹਰ ਇਨਫੀਰੀਅਰਿਟੀ ਕੰਪਲੈਕਸ, ਉਸ ਨੇ ਉਹਦਾ ਇਨਫੀਰੀਅਰਿਟੀ ਕੰਪਲੈਕਸ ਨੂੰ ਰਿਮੂਵ ਕੀਤਾ। ਆਫਟਰ ਰਿਪੀਟਡ ਐਫਰਟਸ ਪੋਲੀ ਬਿਗੇਨ ਟੂ ਸਪੀਕ ਸਮੂਥਲੀ। ਇੱਕ ਤੋਂ ਬਾਅਦ ਇੱਕ ਕਈ ਕੋਸ਼ਿਸ਼ਾਂ ਤੋਂ ਬਾਅਦ ਪੋਲੀ ਨੇ ਸਮੂਥਲੀ ਬਿਨਾਂ ਹਕਲਾਏ ਬੋਲਣਾ ਸ਼ੁਰੂ ਕਰ ਦਿੱਤਾ। ਹਰ ਟੀਚਰ ਆਲਸੋ ਟੌਟ ਹਰ ਟੂ ਫੇਸ ਲਾਈਫ ਬੋਲਡਲੀ। ਉਸ ਦੇ ਅਧਿਆਪਕ ਨੇ ਜ਼ਿੰਦਗੀ ਨੂੰ ਹੌਸਲੇ ਦੇ ਨਾਲ, ਦਲੇਰੀ ਦੇ ਨਾਲ ਫੇਸ ਕਰਨ ਦੇ ਲਈ ਵੀ ਸਿਖਾਇਆ। ਐਟ ਦਾ ਟਾਈਮ ਆਫ ਹਰ ਮੈਰਿਜ ਸ਼ੀ ਰਿਫਿਊਜ਼ ਟੂ ਮੈਰੀ ਬਿਸ਼ੰਬਰ। ਵਿਆਹ ਦੇ ਸਮੇਂ ਉਸਨੇ ਬਿਸ਼ੰਬਰ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਬਿਕੋਜ਼ ਹੀ ਵਾਜ਼ ਵੈਰੀ ਗ੍ਰੀਡੀ ਐਂਡ ਇਨਹਿਊਮਨ, ਕਿਉਂਕਿ ਉਹ ਲਾਲਚੀ ਆਦਮੀ ਸੀ। ਇਨ ਦਿਸ ਵੇ ਪੋਲੀ's ਟੀਚਰ ਸ਼ੇਪਡ ਹਰ ਲਾਈਫ। ਇਸ ਤਰ੍ਹਾਂ ਪੋਲੀ ਦੀ ਅਧਿਆਪਕਾ ਨੇ ਉਸ ਦੀ ਜ਼ਿੰਦਗੀ ਨੂੰ ਇੱਕ ਨਵਾਂ ਆਕਾਰ ਦਿੱਤਾ, ਨਵਾਂ ਰੂਪ ਦਿੱਤਾ। ਰਾਈਟ ਇਨ ਬਰੀਫ ਦਾ ਕਰੈਕਟਰ ਸਕੈਚ ਆਫ ਬਿਸ਼ੰਬਰ। ਬਿਸ਼ੰਬਰ ਦੇ ਚਰਿੱਤਰ ਚਿੱਤਰਨ ਦਾ ਸੰਖੇਪ ਵਿੱਚ ਵਰਣਨ ਕਰੋ। ਬਿਸ਼ੰਬਰ ਵਾਜ਼ ਏ ਰਿਚ ਗਰੋਸਰ। ਬਿਸ਼ੰਬਰ ਇੱਕ ਅਮੀਰ ਗਰੋਸਰ ਸੀ, ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਹੀ ਵਾਜ਼ ਅਬਾਊਟ 50 years old। ਉਸ ਦੀ ਉਮਰ ਲਗਭਗ 50 ਸਾਲ ਦੀ ਸੀ। ਹੀ ਵਾਕਡ ਵਿਦ ਏ ਲਿੰਪ, ਉਹ ਲੰਗੜਾ ਕੇ ਚੱਲਦਾ ਸੀ। ਹੀ ਵਾਜ਼ ਏ ਵਿਡਰ, ਉਹ ਇੱਕ ਵਿਦਰ ਸੀ। ਹੀ ਗੇਵ ਏ ਮੈਰਿਜ ਪ੍ਰਪੋਜ਼ਲ ਫॉर ਪੋਲੀ। ਉਸ ਨੇ ਪੋਲੀ ਦੇ ਲਈ ਇੱਕ ਵਿਆਹ ਦੀ ਪੇਸ਼ਕਸ਼ ਕੀਤੀ। ਪੋਲੀ's ਪੇਰੈਂਟਸ ਐਕਸੈਪਟਡ ਹਿਜ਼ ਪ੍ਰਪੋਜ਼ਲ। ਪੋਲੀ ਦੇ ਮਾਤਾ ਪਿਤਾ ਨੇ ਉਸ ਦੀ ਇਸ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ। ਐਟ ਦਾ ਟਾਈਮ ਆਫ ਮੈਰਿਜ ਹੀ ਸਾ ਪੋਲੀ's ਫੇਸ ਵਿਚ ਵਾਜ਼ ਫੁੱਲ ਆਫ ਪੋਕ ਮਾਰਕਸ। ਵਿਆਹ ਦੇ ਸਮੇਂ ਉਸਨੇ ਪੋਲੀ ਦਾ ਚਿਹਰਾ ਦੇਖਿਆ ਜਿਹੜਾ ਡੂੰਘੇ ਕਾਲੇ ਨਿਸ਼ਾਨਾਂ ਦੇ ਨਾਲ ਭਰਿਆ ਹੋਇਆ ਸੀ। ਹੀ ਵਾਜ਼ ਵੈਰੀ ਗ੍ਰੀਡੀ, ਉਹ ਬਹੁਤ ਲਾਲਚੀ ਸੀ। ਹੀ ਡਿਮਾਂਡਡ 5000 ਰੁਪੀਜ਼ ਟੂ ਮੈਰੀ ਹਰ। ਉਸ ਨੇ ਪੋਲੀ ਨਾਲ ਵਿਆਹ ਕਰਵਾਉਣ ਦੇ ਲਈ 5000 ਰੁਪਈਆਂ ਦੀ ਮੰਗ ਕੀਤੀ। ਹੀ ਆਲਸੋ ਹਿਊਮਿਲੇਟਡ ਪੋਲੀ's ਫਾਦਰ। ਉਸ ਨੇ ਪੋਲੀ ਦੇ ਪਿਤਾ ਦਾ ਵੀ ਅਪਮਾਨ ਕੀਤਾ। ਬਟ ਪੋਲੀ ਟੌਟ ਹਿਮ ਏ ਲੈਸਨ, ਲੇਕਿਨ ਪੋਲੀ ਨੇ ਉਸ ਨੂੰ ਸਬਕ ਸਿਖਾਇਆ। ਸ਼ੀ ਰਿਫਿਊਜ਼ ਟੂ ਮੈਰੀ ਹਿਮ ਐਂਡ ਹੀ ਹੈਡ ਟੂ ਗੋ ਬੈਕ। ਪੋਲੀ ਨੇ ਉਸ ਨਾਲ ਵਿਆਹ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਵਾਪਸ ਜਾਣਾ ਪਿਆ। ਇਟ ਵਾਜ਼ ਅ ਹਿਊਜ ਹਿਊਮਿਲੇਸ਼ਨ ਆਫ ਬਿਸ਼ੰਬਰ। ਇਹ ਬਿਸ਼ੰਬਰ ਦੇ ਲਈ ਇੱਕ ਬਹੁਤ ਅਪਮਾਨਿਤ ਵਾਲੀ ਗੱਲ ਸੀ। ਹੀ ਹਿਮਸੈਲਫ ਵਾਜ਼ ਰਿਸਪੋਂਸੀਬਲ ਫॉर ਹਿਜ਼ ਡਿਸਗ੍ਰੇਸ। ਉਹ ਆਪਣੇ ਅਪਮਾਨ ਦੇ ਲਈ ਖੁਦ ਹੀ ਜ਼ਿੰਮੇਵਾਰ ਸੀ। ਸੋ ਪਿਆਰੇ ਬੱਚਿਓ, ਇਹ ਸੀ ਅੱਜ ਦਾ ਲੈਸਨ। ਮੈਨੂੰ ਉਮੀਦ ਹੈ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ। In this lesson, I have tried to write all the questions in a very simple and an easy language and also in very short form. So, students, do all the questions. All are very important. Also write down them in your homework notebooks. So, प्यारे बच्चों, thank you so much. Take care and have a good day.